हेलो बेटा जी, सारिਆਂ ਦਾ ਸਵਾਗਤ है बेटा अपनी इस क्लास ਦੇ ਵਿੱਚ। मेरा नाम जगरूप सिंह, सरकारी सीनियर सैकेंडरी स्कूल मंडी गोविंदगढ़ बॉयज़ तो। ਅੱਜ ਬੇਟੇ ਆਪਾਂ ਡੈਸੀਮਲ ਦਾ ਅਭਿਆਸ 8.1 ਕਰਾਂਗੇ। ਇਹਦੇ ਵਿੱਚ ਕੁਝ ਤਰ੍ਹਾਂ ਦੇ ਕੁਐਸਚਨਸ ਨੇ ਜਿਨ੍ਹਾਂ ਵਿੱਚ ਕੁਝ ਸਾਰਣੀ ਬਣਾਉਣੀ ਹੋਊਗੀ ਜਾਂ ਫਿਰ ਕੁਝ ਕੁਐਸਚਨਾਂ ਨੂੰ ਹੱਲ ਕਰਨਾ ਹੋਊਗਾ। ਚਲੋ ਸ਼ੁਰੂ ਕਰਦੇ ਹਾਂ ਬੇਟੇ। ਕੁਐਸਚਨ ਨੰਬਰ ਪਹਿਲੇ ਤੋਂ। ਕੁਐਸਚਨ ਨੰਬਰ ਪਹਿਲਾ ਸਾਡਾ ਹੈਗਾ ਜੀ, ਹੇਠ ਦਿੱਤਿਆਂ ਦੇ ਲਈ ਦਿੱਤੀ ਗਈ ਸਾਰਣੀ ਵਿੱਚ ਸੰਖਿਆਵਾਂ ਲਿਖੋ। ਸਾਡੇ ਕੋਲ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ, ਇਹਦੇ ਵਿੱਚ ਕੁਝ ਬਿਲਡਿੰਗਾਂ ਬਣੀਆਂ ਹੋਈਆਂ ਨੇ ਤੇ ਇਹਨਾਂ ਦੇ ਨਾਲ ਸੱਜੇ ਹੱਥ ਸਾਡੇ ਕੀ ਬਣਾਇਆ ਹੋਇਆ, ਇੱਕ ਟੇਬਲ ਬਣਾਇਆ ਹੋਇਆ। ਇਸ ਟੇਬਲ ਦੇ ਵਿੱਚ ਅਸੀਂ ਦੇਖਦੇ ਹਾਂ ਸਾਡੇ ਕੋਲ ਸੈਂਕੜਾ, ਦਹਾਈ ਤੇ ਇਕਾਈ ਤੇ ਦਸਵੇਂ। ਬੇਟੇ ਇਕਾਈ, ਦਹਾਈ, ਸੈਂਕੜਾ ਤਾਂ ਅਸੀਂ ਪੜ੍ਹਿਆ। ਇਹਦੇ ਵਿੱਚ ਇਸ ਵਾਰੀ ਦਸ਼ਮਲਵ ਦੇ ਵਿੱਚ ਕਿਹੜੀ ਚੀਜ਼ ਇੰਟਰੋਡਿਊਸ ਹੋਈ ਹੈ? ਹੁਣ ਦਸਵੇਂ ਦੀ, ਦਸਵੇਂ ਭਾਗ ਦੀ ਗੱਲ ਕਰਦੇ ਹਾਂ। ਜੋ ਫਸਟ ਐਕਸਰਸਾਈਜ਼ ਹੈ ਬੇਟੇ, ਇਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਕੁਐਸਚਨਸ ਹੋਣਗੇ ਉਹ ਦਸਵੇਂ ਦੇ ਭਾਵ 1/10ਵਾਂ ਹਿੱਸਾ, ਠੀਕ, ਇਹਦੇ ਉੱਪਰ ਆਪਣੇ ਹੋਣਗੇ। ਸੋ ਪਹਿਲਾ ਕੁਐਸਚਨ ਆ ਬੇਟੇ, ਇਹਦੇ ਵਿੱਚ ਦੇਖਦੇ ਹਾਂ ਅਸੀਂ ਸਾਡੇ ਕੋਲ ਦਹਾਈ ਦੇ ਸਾਹਮਣੇ ਕੁਝ ਬਿਲਡਿੰਗਾਂ ਲਿਖੀਆਂ ਹੋਈਆਂ ਨੇ। ਦਹਾਈ ਦਾ ਮਤਲਬ ਉਹ ਬਿਲਡਿੰਗਾਂ ਦਾ ਸੈੱਟ ਜੋ ਹੈਗਾ 10-10 ਦਾ ਇੱਕ ਸੈੱਟ ਆ। ਤੁਸੀਂ ਦੇਖੋਗੇ ਬਿਲਡਿੰਗਾਂ ਸਾਡੇ ਕੋਲ ਕਿੰਨੀਆਂ ਨੇ? 1 2 3 3 ਬਿਲਡਿੰਗਾਂ ਨੇ, ਭਾਵ ਦਹਾਈ ਦੀਆਂ ਸਾਡੇ ਕੋਲ 3 ਬਿਲਡਿੰਗਾਂ ਨੇ। ਫਿਰ ਇਕਾਈ ਦੀ ਬਿਲਡਿੰਗ ਸਾਡੇ ਕੋਲ ਕਿੰਨੀ ਆ? 1। ਤੇ ਦਸਵੇਂ ਭਾਗ ਦੇ ਵਿੱਚ ਜੇ ਦੇਖਦੇ ਹਾਂ ਉੱਥੇ ਸਾਡੇ ਕੋਲ 2 ਛੋਟੇ-ਛੋਟੇ ਟੁਕੜੇ ਦਿਖਾਏ ਗਏ ਨੇ, ਭਾਵ ਉਸੇ ਅਸੀਂ ਇਹਨੂੰ ਇਸ ਟੇਬਲ ਦੇ ਵਿੱਚ ਲਿਖਦੇ ਹਾਂ। ਬੇਟੇ ਸਾਡੇ ਕੋਲ ਸੈਂਕੜੇ ਦੇ ਵਿੱਚ ਇਸ ਜਗ੍ਹਾ ਤੇ ਦੇਖਦੇ ਹਾਂ ਕੋਈ ਨਹੀਂ ਹੈ, ਤਾਂ ਸੈਂਕੜੇ ਦੇ ਲਈ ਅਸੀਂ 0 ਲਿਖਾਂਗੇ। ਦਹਾਈ ਦੇ ਲਈ ਸਾਡੇ ਕੋਲ ਕਿੰਨੀਆਂ ਦਹਾਈਆਂ ਨੇ ਬੇਟੇ? 3 ਬਿਲਡਿੰਗਾਂ ਨੇ, ਭਾਵ 3 ਦਹਾਈਆਂ ਨੇ, ਤਾਂ ਅਸੀਂ ਦਹਾਈ ਦੇ ਖਾਨੇ ਦੇ ਵਿੱਚ ਅਸੀਂ 3 ਲਿਖਿਆ ਜੀ। ਅੱਗੇ ਸਾਡੇ ਕੋਲ ਇਕਾਈ, ਇਕਾਈ ਮੈਨੇ ਵਨਸ ਦੇ ਖਾਨੇ ਦੇ ਵਿੱਚ ਸਾਡੇ ਕੋਲ ਸਿਰਫ ਤੇ ਸਿਰਫ 1 ਆ ਜੀ, ਤਾਂ ਇੱਥੇ 1 ਲਿਖਿਆ। ਤੇ ਦਸਵੇਂ ਦੇ ਵਿੱਚ ਦੇਖਦੇ ਹਾਂ ਜੋ 1/10 ਨੂੰ ਰਿਪਰੈਜ਼ੈਂਟ ਕਰਦਾ, ਕਿੰਨੇ ਹਿੱਸੇ ਨੇ ਇਹ? 2 ਨੇ ਬੇਟਾ। ਤਾਂ ਸਾਡੇ ਕੋਲ ਟੇਬਲ ਦੇ ਵਿੱਚ ਜੋ ਪਹਿਲਾ ਭਾਗ ਆ ਉਹ ਕੰਪਲੀਟ ਹੋ ਗਿਆ। ਤਾਂ ਅਸੀਂ ਸੈਂਕੜੇ ਦੇ ਵਿੱਚ 0, ਦਹਾਈ ਦੇ ਵਿੱਚ 3, ਇਕਾਈ ਦੇ ਵਿੱਚ 1 ਅਤੇ ਦਸਵੇਂ ਭਾਗ ਦੇ ਵਿੱਚ ਕਿੰਨੇ ਨੇ ਸਾਡੇ ਕੋਲ? 2। ਦੈਨ ਅਗਲਾ ਕੁਐਸਚਨ ਦੇਖਦੇ ਹਾਂ ਬੇਟੇ, ਬਿਲਕੁਲ ਇਸੇ ਤਰੀਕੇ ਦੇ ਨਾਲ। ਹੁਣ ਤੁਸੀਂ ਦੇਖੋਗੇ ਜਿਹੜੀ ਸਾਡੇ ਕੋਲ ਬਿਲਡਿੰਗ ਆ ਦਹਾਈ ਦੀ, ਉਹ ਇੱਕ ਬਿਲਡਿੰਗ ਆ, ਬਟ ਇੱਕ ਸੈਂਕੜੇ ਦੇ ਨਾਲ ਇੱਕ ਡੱਬਾ ਬਣਾਇਆ ਹੈ, ਗ੍ਰਿਡ ਬਣਿਆ ਹੈ। ਤੁਸੀਂ ਇਹ ਗ੍ਰਿਡ ਨੂੰ ਦੇਖਦੇ ਆ ਤੇ ਟੋਟਲ ਬਾਕਸਿਸ ਜੇ ਕਾਊਂਟ ਕਰਾਂ ਤੇ 100 ਨੇ, ਭਾਵ 100 ਬਾਕਸਿਸ ਮੈਨੇ ਸੈਂਕੜੇ ਨੂੰ ਰਿਪਰੈਜ਼ੈਂਟ ਕਰਦਾ। ਪਰ ਇਹ ਜਿਹੇ ਕਿੰਨੇ ਨੇ ਗ੍ਰਿਡ? ਸਿਰਫ ਇੱਕੋ ਹੀ ਗ੍ਰਿਡ ਪਿਆ, ਭਾਵ ਸੈਂਕੜੇ ਵਾਲਾ ਸਾਡੇ ਕੋਲ ਇੱਕ ਡੱਬਾ ਪਿਆ ਬੇਟੇ, ਤਾਂ ਉਹਦੀ ਜਗ੍ਹਾ ਤੇ ਸੈਂਕੜੇ ਵਾਲੇ ਖਾਨੇ 'ਚ ਅਸੀਂ 1 ਲਿਖਤਾ। ਦੈਨ ਦਹਾਈ ਵਾਲੇ ਖਾਨੇ 'ਚ ਸਾਡੇ ਕੋਲ ਕਿੰਨਾ ਹੈ? 1, ਤਾਂ ਦਹਾਈ ਵਾਲੇ ਖਾਨੇ 'ਚ ਮੈਂ 1 ਲਿਖਤਾ। ਦੈਨ ਇਕਾਈ, ਹੁਣ ਤੁਸੀਂ ਦੇਖੋ ਇਕਾਈ ਵਾਲੇ ਖਾਨੇ 'ਚ ਤਾਂ ਮੈਂ ਕੀ ਲਿਖਾਂ, ਕਿਉਂਕਿ ਇੱਥੇ ਤਾਂ ਕੁਛ ਹੈ ਨਹੀਂ। ਤਾਂ ਬੇਟੇ ਕੀ ਲਿਖਿਆ ਜਾਊਗਾ? ਜੇ ਕੁਝ ਵੀ ਨਹੀਂ ਹੁੰਦਾ ਤਾਂ ਕੀ ਹੁੰਦਾ? ਬਿਲਕੁਲ ਸਹੀ, 0। ਤਾਂ ਇੱਥੇ ਆਪਾਂ ਕੀ ਲਿਖਿਆ? 0। ਹੁਣ ਦੇਖੋ ਨਾਲ ਕੀ ਚੀਜ਼ ਆ? 10ਵਾਂ ਭਾਗ। ਦਸਵੇਂ ਦੇ ਲਈ ਮੇਰੇ ਕੋਲ ਕਿੰਨੇ ਨੇ? 1 2 3 ਤੇ 4। ਸੋ ਮੇਰੇ ਕੋਲ ਦਸਵੇਂ ਭਾਗ 'ਚ ਕਿੰਨੇ ਨੇ? 4 ਨੇ। ਲੋ ਬੇਟੇ ਜੀ, ਇਹਦੇ ਨਾਲ ਸਾਡਾ ਫਸਟ ਕੁਐਸਚਨ ਜੋ ਹੈਗਾ ਕੰਪਲੀਟ ਹੋ ਜਾਂਦਾ ਹੈ। ਦੈਨ ਸੈਕੰਡ ਕੁਐਸਚਨ ਵੱਲ ਚੱਲਦੇ ਹਾਂ। ਸੈਕੰਡ ਕੁਐਸਚਨ ਵੀ ਹੈ ਸਾਡਾ, ਹੇਠ ਦਿੱਤੀਆਂ ਦਸ਼ਮਲਵ ਸੰਖਿਆਵਾਂ ਦਾ ਸਥਾਨਕ ਮੁੱਲ ਸਾਰਣੀ ਵਿੱਚ ਲਿਖੋ। ਠੀਕ ਹੈ ਜੀ, ਭਾਵ ਅਸੀਂ ਜੋ ਦਸ਼ਮਲਵ ਹੈਗਾ ਸਾਡਾ ਜੋ ਸੰਖਿਆ ਹੈ ਉਹਨੂੰ ਅਸੀਂ ਇਸ ਸਾਰਣੀ 'ਚ ਭਰਾਂਗੇ। ਸਾਰਣੀ ਸਾਡੇ ਕੋਲ ਹੈਗੀ ਹੈ ਜੀ ਬਣੀ ਹੋਈ ਬੇਟੇ। ਆਪਾਂ ਸ਼ੁਰੂ ਕਰਦੇ ਹਾਂ। ਤਾਂ ਪਹਿਲਾਂ ਸਾਡੇ ਕੋਲ ਹੈਗਾ ਜੀ 19.4। ਦੇਖੋ ਆ ਸਾਡੇ ਕੋਲ ਸੰਖਿਆ ਬੇਟੇ। ਹੁਣ ਇਸ ਸੰਖਿਆ ਨੂੰ ਮੈਂ ਇਸ ਸਾਰਣੀ ਦੇ ਵਿੱਚ ਭਰੂੰਗਾ। ਦੇਖੋ ਦਸ਼ਮਲਵ ਤੋਂ ਸ਼ੁਰੂ ਕਰਦਾ ਮੈਂ। ਦਸ਼ਮਲਵ ਤੋਂ ਜੋ ਬਾਅਦ ਸੰਖਿਆ ਹੈ, ਭਾਵ ਜੋ ਅੰਕ ਹੈ 4, 4 ਮੇਰੇ ਉਹ ਕੀ ਆ? ਦਸਵੇਂ ਭਾਗ ਨੇ। ਪਹਿਲਾ ਅੱਖਰ ਜੋ ਹੁੰਦਾ ਹੈ ਦਸ਼ਮਲਵ ਤੋਂ ਬਾਅਦ ਉਹ ਦਸਵੇਂ ਭਾਗ ਦਾ ਹੈ, ਭਾਵ ਇੱਥੇ 10ਵਾਂ ਭਾਗ ਮੇਰੇ ਕੋਲ ਕਿੰਨਾ ਹੈ? 4। ਤੇ ਇੱਧਰਲੇ ਪਾਸੇ ਸ਼ੁਰੂ ਆ ਜੀ, ਇਹ ਹੈਗਾ ਅੰਕ ਇਕਾਈ ਦਾ, ਜਾਨੀ ਇਕਾਈ ਦੇ ਅੰਕ ਦੇ ਵਿੱਚ ਮੇਰੇ ਕੋਲ ਕਿੰਨਾ ਆ ਗਿਆ? 9 ਇਕਾਈਆਂ ਮੇਰੇ ਕੋਲ ਹੈਗੀਆਂ ਨੇ ਬੇਟੇ। ਅੱਗੇ ਮੇਰੇ ਕੋਲ ਹੈਗਾ ਜੀ
दहाई का अंक दे मेरे को कितना जी 1, भाव मेरे को 1 दहाई है जी। तो सैकड़े वाला खाना है नहीं मेरे को इतने कुछ है नहीं गा, तो सैकड़े के विच मैं की लिखूँगा बेटा 0। सेम अगला क्वेश्चन देखते हैं बेटे। अगला हैगा साडा 0.3 या 0.3 भी बोलते हैं। ਇਹਦੇ ਵਿੱਚ ਬੇਟੇ ਅਸੀਂ ਕੀ ਕਰਨਾ, ਹੁਣ ਫਿਰ ਉਸੇ ਤਰੀਕੇ ਨਾਲ ਦੇਖਣਾ। ਦਸ਼ਮਲਵ ਤੋਂ ਜੋ ਸੱਜੇ ਹੱਥ ਸਾਡੇ ਕੋਲ ਸੰਖਿਆਵਾਂ ਨੇ, ਜੋ ਪਹਿਲੀ ਸੰਖਿਆ ਉਹ 10ਵੇਂ ਭਾਗ ਨੂੰ ਰਿਪਰੈਜ਼ੈਂਟ ਕਰਦੀ ਆ, ਤਾਂ 10ਵੇਂ ਭਾਗ ਦੇ ਵਿੱਚ ਲਈ ਸਾਡੇ ਕੋਲ ਕਿੰਨੇ 10ਵੇਂ ਭਾਗ ਨੇ, 3 10ਵੇਂ ਭਾਗ ਨੇ ਬੇਟਾ। ਤੇ ਇਕਾਈ ਦੇ ਲਈ ਸਾਡੇ ਕੋਲ 0 ਆ, ਦਹਾਈ ਵੀ ਕੁਝ ਨਹੀਂ ਹੈਗੀ ਤਾਂ 0 ਲਿਖਾਂਗੇ, ਅਤੇ ਸੈਂਕੜਾ ਵੀ ਕੁਝ ਨਹੀਂ ਹੈ ਤਾਂ 0 ਲਿਖਾਂਗੇ ਬੇਟਾ। सो साडा दूसरा भाग भी हो गया। तीसरा भाग बेटे अपने आप देखो तुसीं, शाबाश। मैं संख्या लिखन लग गया, संख्या है जी 10.6 10.6। तो 10.6 लई सोचो अपने आप कि आ डेसीमल है बेटा, सज्जे हाथ साडे को की आएगा, किहड़ा भाग है, बिल्कुल सही है 10वां। तो 10वें वाले खाने च लिखांगे कितना होगा 6। दैन इकाई वाला खाना बिल्कुल सही है बेटे, इकाई वाले खाने दे विच मेरे को 0। तो दहाइयाँ मेरे को किनिया ने 1। तो हुण सैकड़ा कितना होया बेटे, बिल्कुल सही, सैकड़ा है नहीं गा तो 0। नैक्सट है बेटा इहदा 205.9। ठीक है जी, शुरू उस तरीके नाल करते हैं। दशमलव 10वें भाग मेरे को कितने ने 9, बिल्कुल सही। इकाइयाँ मेरे को किनिया ने बेटे 5, तो 5 लिखिया इकाई वाले खाने च। दहाइयाँ 0, बिल्कुल सही है 0। तो सैकड़े मेरे को आ गए बेटा 2। तो बेटा जी ये मेरा जो ये क्वेश्चन पूरा होंदा। सो साडा टेबल तैयार है। अगले क्वेश्चन वाल चलते हैं बेटे। ये पहले 2 सीगे बेटे साडे सारनियां बनाने वाले। अगला क्वेश्चन की कहता, हेठ दित्तियां विचों हरेक नूं दशमलव रूप च लिखो। हुण इत्थे असीं साडे को स्टेटमेंट दित्ती है, क्वेश्चन दिता, तो उहदा की बनावांगे असीं दशमलव रूप, भाव असीं उहनूं संख्यात्मक रूप च लिखांगे। चलो शुरू करते हैं। सो साडा पहला भाग आ 7 10वें। तो 7 10वें के लिए असी लिखांगे बेटे जी। सो सानू पता जिमें कि जो 10वें के लिए किमें लिखा जाता बटे 10। ठीक है जी, या इनू होर किस तरह लिखा है, दशमलव रूप च लिखा जाऊगा ये 0.7। पर इत्थे साडे कोल इकाई दा अंक है नहीं गा, क्योंकि सिर्फ 7 10वें लिखिया, तो इकाई दा अंक साडे को कितना आ गया बेटा 0। तो साडे कोल टोटल संख्या की बनी 0.7। ठीक है बेटा जी। अगला भाग आ बी भाग देखते हैं असी। बी भाग है जी 2 दहाइयाँ, 2 दहाई 9 10वें। ठीक है बेटा जी। हुण इसी का भाव मैनू थोड़ा जिहा एक्सपेंडिड फॉर्म च नाल लिख के दिखाऊंगा बेटा। 2 दहाइयाँ भाव 2 की ने 10 10 के सैट ने, भाव जो 2 10 10 के सैट होए तो किन्ने होए ये 10 10 20। तो नाल होर की है साडे कोल 10वें किन्ने ने 9, भाव साडे को 9 हो गए साडे 10वें। ठीक है बेटा जी। 9 10वें का मने 0.9, तो मेरे को कितना आया जी है 0.9। मैं सीधा भी लिख सकता बेटे, कोई मैनू आ चीज़ करने की लोड़ नहीं भी हैगी, तो मैं सीधा रिप्रजेंटेशन लिख सकता। दशमलव लगाया जी, दशमलव तो पहला इधर सज्जे हाथ मेरे 10वें भाग आ गए, तो खब्बे हाथ मेरे को बाकी की संख्या की। अगला क्वेश्चन आप एवं करके देखिए। अगला क्वेश्चन है बेटा 100 अते 2 इकाई। 100 अते
2 इकाई। ठीक है बेटा जी। हुण आपां दशमलव लगाया जी, दशमलव तो बाद 2 इकाइयां ने, 2 इकाइयां मने खब्बे पासे नूं इकाइयां होणगीਆਂ 2 ते 100 किन्ने ने 1 तो देखो इकाई तो बाद दहाई वाला अंक का दहाई वाला अंक है नहींगा 0। 100 वाला अंक साढ़े को कितना है 1 तो 10वें पा किन्ने ने 10वें तो कोई जिक्र नहीं है तो 10वीं वाला इत्थे कितना आ गया 0 तो साढ़े को कितना बनया 102.0। ठीक है जी। अगला है जी, अगला लिखने का रूप इन्हें लिखा है जी 14.6। ठीक है बेटा, भाव 14 तक पहले 14 लिखा दशमलव लिखता 6। ये बिल्कुल स्ट्रेट है जी, कोई फर्क नहीं, कोई टेंशन नहीं, क्योंकि इन्हों के तो सानू फिर सोचना पिया सी ते रिप्रजेंटेशन किवें लिखनी है देखना पिया सी। सीधा ही जो बोलिया जा रहा उवें ही लिखा जाऊगा। ठीक है बेटा जी। सो आखिरी प्रश्न अज इस भाग का साडा 600.8 600.8 तो बेटे सिंपल है 600 अगे 0.8। देखो ना कोई ये इकाई वाला अंक सी बोलिया गया ना कोई दहाई वाला अंक बोलिया गया, सिंपल जिन्हें बोलिया जी 600 तो मैं 600 लिखिया। जे 610 615 कुछ इस तरह लिख दे तो साढ़े को दहाई ते इकाई वाला आ जाता, तो इतने साढ़े को इकाई ते दहाई वाले किन्ने ने 0 ने बेटा जी। ठीक है बेटा, अपना ये थर्ड भाग जो कंप्लीट होंदा। अगे चलते हैं आप फोर्थ पार्ट वाली। फोर्थ पार्ट है बेटा हेठ दित्तियां नूं दशमलव रूप विच लिखो। अब इत्थे साडे कोल की दिता होया क्वेश्चन ने, उन्होंने सिंपल दशमलव रूप से लिखना। साडा क्वेश्चन नंबर हैगा जी बेटा 4 है। तो देखो पहला भाग है मेरे को 5/10। 5/10 देखो आप गल करते हैं, जे किसी चीज़ नूं मेरे को 10वें हिस्से के रूप दे विच आ रहा है, भाव 1/10 दे हिस्सा 1/10 की है 10वां हिस्सा 1/10 मैंने 10वां। इत्थे 10वें हिस्से किन्ने ने साडे कोल 5 ने। जे 10वें हिस्से साडे कोल 5 ने तो हुण मैं सीधा लिख सकदा बेटे जी 0.5। तो इकाई का अंक कोई नहीं, इसलिए इत्थे मूहरे की लग गया 0 तो 0.5। सीधा इत्थों देखने दो। तो जो दूसरा जो असीं देखते हैं दशमलव रूप नूं जदों बदलना हुंदा तो एक होर भी मैथड है बेटा। नीचे एक लग्या होया नाल कुछ जीरो लगियां हुई, जिन्नियां जीरोआं ने उन्ने अखर छड्ड के दशमलव लगा दो। थोड़ा शॉर्टकट फॉर एग्जाम्पल मैं इत्थे नाल दी नाल लिख के भी दिखाना तुहानूं। मान लो साडे कोल हैगा जी 17/100 तो मेरे को कितने जीरो ने 1 2 तो बेटा मैं 2 जीरोआं छड्ड के दशमलव कर 2 अखर छड्ड के। पहला अखर हैगा 1 दूजा हैगा जी 7 ते 1 17 तो दशमलव मेरा इस जगह होना चाहिए, भाव मेरे को 0.17 जो मेरा मुल आऊगा 0.17। अब एक शॉर्टकट तरीका, पर सब तो पहला सानू पता होना चाहिए कि असी लिख की रहे हैं, क्यों लिख रहे हैं। दैट्स वाई आ चीज़ साडी रिप्रजेंटेशन सानू पहला होनी चाहिए आ, ये बाद का काम आ बेटा। ठीक है जी, ये हौली हौली तुसी देखोगे जो पैटर्न फॉलो करते जाओगे तुसी कंकलूजन ते अपने आप पहुँच जाओगे। दैन अगे बेटा जी सैकेंड पार्ट 3 जमा 7/10। 3 साडा की है बेटा इकाई का अंक आ हैगा साडा 10वें का, तो मैं सीधे रूप च लिख सकदा दशमलव लगाया जी। 10वें तो मेरे को किन्ने ने 7 ने तो 7 लिखा। इकाई का अंक मेरे को कितना है 3 तो मैं 3 लिखता। इस रूप च लिख के भी लिख सकदा, कोई प्रॉब्लम नहीं हैगी बेटे। पर बेस्ट ऑप्शन की होंदी है कि 10वें रूपां नूं लिखो
ਇਕਾਈ ਨੂੰ ਲਿਖੋ, ਦਹਾਈ ਨੂੰ ਲਿਖੋ ਤੇ ਪੂਰਾ ਦਾ ਪੂਰਾ ਦਸ਼ਮਲਵ ਰੂਪ ਬਣਾ ਦਿਓ। ਠੀਕ ਹੈ ਬੇਟਾ ਜੀ। ਨੈਕਸਟ ਅਗਲਾ ਕੁਐਸਚਨ ਦੇਖਦੇ ਹਾਂ ਬੇਟੇ ਆਪਾਂ। ਅਗਲਾ ਕੁਐਸਚਨ ਹੈ ਸਾਡਾ 200 ਜਮਾ 60 ਜਮਾ 5 ਜਮਾ 1/10। ਓਕੇ, ਹੁਣ ਇੱਥੇ ਦੇਖੋ ਮੇਰੇ ਕੋਲ ਕੀ ਆ 200 ਮੇਰੇ ਕੋਲ ਕੀ ਆ ਭਾਵ ਮੇਰੇ ਕੋਲ ਇਹਨੂੰ ਮੈਂ ਸਪਲਿਟ ਕਰਦਾ 2 100ਵੇਂ ਭਾਗ ਨੇ, मतलब मेरे को सैकड़े ने। किन्ने सैकड़े ने 2। दहाई वाले अंक लिए मेरे को की आया होया इत्थे संख्या है 60 का मतलब मेरे को 6 दहाइयां। ठीक है जी। 5 मेरे को की आया बेटे इकाई अते इत्थे 1 जो है बटे 10 होने का भाव 10वां है, तो 10वें भाग के रूप के मेरे को कितना आया जी 1। तो मैं सीधा सीधा इतों जी बनावांगे आपां संख्या दशमलव 10वें भाग के लिए मेरे को कितना बेटे 1। उपरली संख्या नीचे वाला भाग सिर्फ रिप्रजेंट करता बेटा 10वें नूं, उपर जिहड़ी मेरे को अंक होगी वो मैं अंक नूं इत्थे लिखांगा। अंक मेरे को 1 सी 1 लिखिया, दैन इकाई के अंक लिए मेरे को 5 आया जी 5 लिखिया, दहाइयाँ मेरे को हैगियां ने जी 6, सैकड़े मेरे को हैगे ने बेटे 2। तो मेरे आंसर की बनिया 265.1। देखा जाए बेटे एक होर मैथड इनू ध्यान नाल होर देखा जाए, इन्हों जे मैं जोड़ लवां पहला तो इन्हों जोड़ो इन्ने नूं पार्ट नूं 200 ते 60 ते 5 वो भी बेटे मेरे को 265 बनता। तो आह 10वां भाग जो मेरे को हैगा जी कितना होगा दशमलव 1 बनूगा। मतलब चाहे इनू किसी भी रूप ना हल कर लवां, चाहे मैं सीधा सीधा लिख देवां, मेरे को उत्तर जो हैगा मेरा जो संख्या बनेगी वो बिल्कुल वही बनेगी जो है एक्चुअल। ठीक है जी। आगे चलते हैं बेटे। अगला क्वेश्चन है बेटे मेरे को, अगला थोड़ा जिहा ध्यान ना करने वाला क्वेश्चन है बेटे मेरे को है जी 36/10। ओके, हुण देखो बेटे इस जगह सीधा 36 लिखता। हुण इनू भी मैं 2 तरीके नाल करूँगा। पहला मैथड आपां देखते हैं जो रिप्रजेंटेशन फॉर्म दे विच जो आपां हुण तक करदे हां उसे तरीके नाल करांगे। ठीक है जी। इनू मैं की लिख सकदा 30 ते 6 36। ठीक है जी। तो बटे सारे दी कितना जी 10। 30 ते 6 36 है जी। इस जगह 30/10 अते 6/10। ठीक है बेटा जी। हुण मैं देखो असीं भिन्न रूप देखते हैं। ठीक 30/10 30/10 का न्यूनतम जिहड़ा रूप आ वो कितना होगा बेटा 3। तो मेरे को कितना आ गया ये 3 जमा 6/10 6/10। हुणे बिल्कुल इन्हां क्वेश्चनस वर्गा बन गया जो असीं उपर करके हटे। तो मेरे को की बनिया 3 का आ गया 3 साडे को आ गया इकाई के अंक च, दशमलव 6 आ गया मेरे को 10वें रूप के विच। तो मेरे को आंसर कितना आ गया 3/3.6। तो 3.6 मेरा आंसर आ। एक मैं थोड़ा कहा सी सैकेंड मैथड बेटा जी सिंपल जिहड़ा आपां पहलां गल करके हटे हैं कि जो इत्थे गल कीती सी कि जिहड़ा भी साडे कोल जे नीचे 10 100 1000 इस रूप दे विच नीचे साडे को हर दा हैगा भाग, तो उहनूं असीं की करदे हां बेटे जिन्नियां साडे को जीरोआं ने जीरो किन्ने ने 1 तो 1 अंक छड्ड के दशमलव लगा देंगे भाव इत्थे। ठीक है जी। तो साडे को की बनेगा है 3.6। ठीक आपां पाया सीधा आंसर साडा आ सकता है। नाल दी नाल एक होर भी मैं तुहानूं इंटरस्टिंग फैक्टर दसना चाहूँगा। जेकर मैं इस जगह के उपर 36 नूं 10 नाल भाग करूँगा तो भी बेटे मेरा 3.6
6 ਉੱਤਰ ਆਏਗਾ। ਭਾਵ ਜਿਹੜੇ ਤਰੀਕੇ ਨਾਲ ਮਰਜ਼ੀ ਕਰ ਲਓ, ਆਨਸਰ ਬੇਟਾ ਸਾਡਾ ਉਹੀ ਆਣਾ ਹੈ। ਠੀਕ ਹੈ ਬੇਟਾ ਜੀ। ਅਗਲੇ ਕੁਐਸਚਨ ਵੱਲ ਚੱਲਦੇ ਹਾਂ ਬੇਟੇ। ਅਗਲਾ ਕੁਐਸਚਨ ਸਾਡਾ ਹੈਗਾ 70 ਜਮਾ 8/10। ਠੀਕ ਹੈ ਬੇਟਾ ਜੀ। ਹੁਣ ਇੱਥੇ 70 ਜਮਾ ਇਹ ਕੀ ਭਾਗ ਆ ਸਾਡਾ? 10ਵਾਂ ਭਾਗ। 10ਵੇਂ ਭਾਗ ਕਿੰਨੇ ਆ ਸਾਡੇ ਕੋਲ? 8। ਇਕਾਈ ਦਾ ਅੰਕ ਸਾਡੇ ਕੋਲ ਹੈ ਨਹੀਂ। ਦਹਾਈ ਲਈ ਸਾਡੇ ਕੋਲ ਕਿੰਨੇ ਨੇ? 7 ਦਹਾਈਆਂ ਨੇ। ਤਾਂ ਮੇਰੇ ਕੋਲ ਉੱਤਰ ਕਿੰਨਾ ਆ ਗਿਆ ਬੇਟੇ? 7, ਜੋ ਦਹਾਈ ਦੇ ਅੰਕ ਦੇ ਵਿੱਚ ਲਈ ਆਇਆ। ਇਕਾਈ ਦੇ ਅੰਕ ਲਈ ਮੇਰੇ ਕੋਲ ਕਿੰਨਾ ਆਇਆ? ਕੁਝ ਵੀ ਨਹੀਂ ਹੈ ਤਾਂ 0। ਦਸ਼ਮਲਵ 10ਵੇਂ ਦੇ ਲਈ ਮੇਰੇ ਕੋਲ 8। ਠੀਕ ਹੈ ਜੀ। ਕਾਊਂਟਿੰਗ ਇੱਧਰ ਹੁੰਦੀ ਹੈ, ਇਕਾਈ ਦਹਾਈ। ਠੀਕ, ਇੱਧਰੋਂ 10ਵੇਂ ਜਾਂ 100ਵੇਂ। ਠੀਕ ਹੈ ਜੀ। 100ਵੇਂ ਦੇ ਲਈ ਆਪਾਂ ਅੱਗੇ ਪੜਾਂਗੇ। ਹਾਲ ਦੀ ਘੜੀ ਸਿਰਫ 10ਵੇਂ ਤੱਕ ਹੀ ਸਾਡਾ ਇਹ ਕੰਮ ਸੀਮਤ ਆ। ਠੀਕ ਹੈ ਜੀ। ਇੱਕ ਹੋਰ ਟਾਈਪ ਕਰਦੇ ਦੀ ਓਏ, 4 ਸਹੀ 2/10। ਠੀਕ ਹੈ ਬੇਟਾ ਜੀ। ਹੁਣ ਇਹਦੇ 4 ਸਹੀ 2/10, ਇਸ ਜਗ੍ਹਾ ਤੋਂ ਮੈਨੂੰ ਇੱਕ ਚੀਜ਼ ਪਤਾ ਲੱਗਦੀ ਆ ਕਿ 4 ਮੇਰੇ ਕੋਲ ਜੋ ਹੈ ਪੂਰਾ ਏ, ਤੇ ਭਿੰਨ ਰੂਪ ਵਿੱਚ ਮੇਰੇ ਕੋਲ ਕਿੰਨਾ ਆਇਆ? 2/10। ਠੀਕ ਹੈ ਬੇਟਾ ਜੀ। ਤਾਂ ਇੱਥੋਂ ਸਿੱਧਾ ਹੀ ਸਿੱਧ ਹੁੰਦਾ ਕਿ ਜੋ 4 ਹੈ ਸਾਡਾ, ਉਹ ਕੀ ਚੀਜ਼ ਨੂੰ ਰਿਪਰੈਜ਼ੈਂਟ ਕਰਦਾ? ਇਕਾਈ ਨੂੰ। ਤੇ 2 ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ? 10ਵੇਂ ਰੂਪ ਨੂੰ। ਠੀਕ ਹੈ ਜੀ। ਸੋ ਮੇਰਾ ਉੱਤਰ ਇਸ ਜਗ੍ਹਾ 4.2। ਇਸ ਜਗ੍ਹਾ ਬੇਟਾ ਡੈਸੀਮਲ ਫ੍ਰੈਕਸ਼ਨ ਜਿਹੜੀ ਹੈਗੀ ਮਿਕਸਡ ਫ੍ਰੈਕਸ਼ਨ ਹੈ। ਇਹਦਾ ਮਤਲਬ ਇਹ ਨਹੀਂ ਕਿ ਇਹਨੂੰ ਮੈਂ ਸੋਲਵ ਕਰਨ ਬੈਠ ਜਾ। ਠੀਕ ਹੈ ਜੀ। ਤੇ ਇਹਦੀ ਮਿਸ਼ਰਤ ਭਿੰਨ ਨੂੰ ਖਤਮ ਕਰਨ ਬੈਠ ਜਾਣਾ। ਮਿਸ਼ਰਤ ਭਿੰਨ ਨੂੰ ਖਤਮ ਕਰਨ ਦੀ ਲੋੜ ਨਹੀਂ ਹੈ। ਸਿੱਧਾ ਹੀ ਬੇਟੇ ਆਪਣਾ ਕੁਐਸਚਨ ਇਹ ਹੱਲ ਹੋ ਜੀ, ਕਿਉਂਕਿ ਅਸੀਂ ਸਿਰਫ ਤੇ ਸਿਰਫ ਦਸ਼ਮਲਵ ਰੂਪ ਦੇ ਵੱਲ ਜਾਣਾ। ਦਸ਼ਮਲਵ ਰੂਪ ਦੇ ਲਈ ਇਹ ਬੈਸਟ ਮੈਥਡ ਹੈ। ਠੀਕ ਹੈ ਬੇਟਾ ਜੀ। ਅੱਗੇ ਚੱਲਦੇ ਹਾਂ ਬੇਟੇ। ਅੱਗੇ ਸਾਡੇ ਕੋਲ ਹੈ 3/2। ਦੇਖੋ ਹੁਣ ਤੱਕ ਜਿਹੜੇ ਕੁਐਸਚਨ ਕਰਦੇ ਆਏ ਸੀ ਉਹਨਾਂ ਦੇ ਨੀਚੇ ਜੋ ਬਟੇ ਦੇ ਵਿੱਚ ਸੀ 10 ਆਉਂਦਾ ਸੀ ਕਿਸੇ ਵੀ ਚੀਜ਼ ਦੇ ਲਈ, ਪਰ ਇੱਥੇ ਕਿੰਨੇ? 2। ਠੀਕ ਹੈ ਬੇਟਾ ਜੀ। ਤਾਂ ਪਹਿਲਾਂ ਤਾਂ ਮੈਨੂੰ ਇਹ ਦੇਖਾਂ ਵੀ ਕਿੰਨੇ ਮੇਰੇ ਕੋਲ ਪੂਰੇ ਭਾਗ ਨਿਕਲਦੇ ਨੇ। ਠੀਕ, ਤਾਂ ਇਹਨੂੰ ਪੂਰੇ ਭਾਗ ਲਈ ਮੈਂ ਭਾਗ ਕਰ ਲੈਣਾ। ਥੋੜਾ ਜਿਹਾ ਮੈਨੂੰ ਸੌਖਾ ਹੋ ਜੂ। ਨਹੀਂ ਵੀ ਭਾਗ ਕਰੂੰਗਾ ਤਾਂ ਮੈਂ ਦੂਸਰੇ ਤਰੀਕੇ ਨਾਲ ਵੀ ਕਰ ਸਕਦਾ। ਦੋਨੇ ਤੁਹਾਨੂੰ ਦੱਸਦਾ ਮੈਂ। ਹਾਲ ਦੀ ਘੜੀ ਪਹਿਲਾਂ ਤਾਂ ਪਹਿਲਾ ਤਰੀਕਾ ਦੇਖਦੇ ਹਾਂ। 2 ਨੀਚੇ ਆਇਆ ਮੇਰੇ ਕੋਲ 1। ਭਾਵ ਮੇਰੇ ਕੋਲ ਕੀ ਬਣਿਆ ਹੈ? 1 ਸਹੀ 1/2। ਠੀਕ ਹੈ ਜੀ। 1 ਸਹੀ 1/2। ਭਾਵ ਇਸ ਜਗ੍ਹਾ ਮੇਰੇ ਕੋਲ ਅੱਗੇ 1 ਜਮਾ 1/2। ਹੁਣ ਆਪਾਂ ਗੱਲ ਕੀਤੀ ਸੀ ਕਿ ਇੱਥੇ ਮੇਰੇ ਕੋਲ ਆ ਤਾਂ ਮੇਰੇ ਕੋਲ ਇਕਾਈ ਅੰਕ ਆ ਗਿਆ, ਮੈਂ ਪਤਾ ਲੱਗ ਗਿਆ। ਇਹ 10ਵਾਂ ਭਾਗ ਬਣਾਉਣਾ ਬੇਟਾ। 10ਵਾਂ ਭਾਗ ਬਣਾਉਣ ਦੇ ਲਈ ਮੇਰੇ ਕੋਲ ਨੀਚੇ ਕਿੰਨਾ ਚਾਹੀਦਾ ਬੇਟੇ? 10। ਕਿੰਨਾ ਚਾਹੀਦਾ ਨੀਚੇ? 10। ਪਰ ਇੱਥੇ 10 ਤਾਂ ਹੈ ਨਹੀਂ। ਸੋ 10 ਬਣਾਉਣ ਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ? ਠੀਕ, ਬਿਲਕੁਲ ਸਹੀ ਆ। ਆਪਾਂ ਨੂੰ ਕੋਈ ਐਸਾ ਅੱਖਰ ਲੱਭਣਾ ਪੈਣਾ ਜਿਹਨੂੰ ਹਰ ਅਤੇ ਅੰਸ਼ ਦੋਹਾਂ ਨਾਲ ਮੈਂ ਗੁਣਾ ਕਰਕੇ ਹਰ ਨੂੰ ਕੀ ਬਣਾ ਲਵਾਂ? 10। ਤਾਂ ਮੇਰੇ ਕੋਲ ਕਿੰਨਾ ਅੰਕ ਆ ਜੀ? ਉਹ 5। 5 ਦੂਣੀ 10 ਆਰਾਮ ਨਾਲ ਬਣਦਾ। ਤਾਂ ਉੱਪਰ ਵੀ ਮੈਂ 5 ਨਾਲ ਗੁਣਾ ਕਰੂੰਗਾ ਤਾਂ ਮੇਰੇ ਕੋਲ ਕਿੰਨਾ ਆ ਗਿਆ ਜੀ ਬੇਟਾ? ਇਹ 1 ਜਮਾ 5/10। ਤਾਂ ਭਾਵ ਮੇਰੇ ਕੋਲ ਇਕਾਈ ਅੰਕ ਦੇ ਲਈ ਕਿੰਨਾ ਆ ਗਿਆ ਬੇਟੇ? 1। ਤੇ 10ਵੇਂ ਭਾਗ ਦੇ ਲਈ ਮੇਰੇ ਕੋਲ ਕਿੰਨਾ ਆ ਗਿਆ? 5। ਤੇ 10ਵਾਂ ਭਾਗ ਦਸ਼ਮਲਵ ਤੋਂ ਸੱਜੇ ਹੱਥ ਹੁੰਦਾ ਬੇਟਾ। ਇਸ ਲਈ ਸਾਡਾ ਆਨਸਰ ਕਿੰਨਾ ਆ ਗਿਆ? 1.5। ਠੀਕ ਹੈ ਬੇਟਾ ਜੀ। ਇਸੇ ਕੁਐਸਚਨ ਨੂੰ ਮੈਂ ਇੱਕ ਹੋਰ ਰੂਪ ਨਾਲ ਕਰਨਾ ਹੈ। ਦੇਖੋ ਜਿਹੜਾ ਤੁਹਾਨੂੰ ਈਜ਼ੀ ਲੱਗਿਆ ਬੇਟੇ ਉਹਦੇ ਨਾਲ ਕਰ ਲਿਓ। ਦੂਸਰਾ ਭਾਗ ਮੇਰੇ ਕੋਲ ਕੀ ਸੀ? ਜਾਂ ਮੈਂ ਇਹਨੂੰ ਇਸ ਤਰ੍ਹਾਂ ਕਰਦਾ, ਮੈਂ ਇਸੇ ਜਗ੍ਹਾ ਦੇ ਉੱਪਰ ਸਟਾਰਟਿੰਗ ਦੇ ਵਿੱਚ ਮੈਂ ਕੀ ਕਰ ਲੈਂਦਾ? ਇਹਨੂੰ ਹੇਠਾਂ 10 ਬਣਾ ਲੈਂਦਾ। ਹਰ ਵਾਲੀ ਅੰਕ ਨੂੰ। ਹਰ ਮੇਰਾ ਕਿੰਨਾ ਸੀ? 2। 2 ਨੂੰ 10 ਬਣਾਉਣ ਲਈ ਮੈਂ ਕਿਹਦੇ ਨਾਲ ਮਲਟੀਪਲਾਈ ਕਰੂੰਗਾ? 5। ਤਾਂ ਉੱਪਰ ਵੀ 5 ਨਾਲ ਗੁਣਾ ਕੀਤਾ। ਮੇਰੇ ਕੋਲ ਕਿੰਨਾ ਆ ਗਿਆ?
15/10। ठीक है बेटा। ਹੁਣ ਆਪਣੇ ਕੋ ਆਪਾਂ ਪਹਿਲਾਂ ਇੱਕ ਕੁਐਸਚਨ ਕਰਕੇ ਹਟੇ ਸੀ, ਬਿਲਕੁਲ ਉਵੇਂ ਦਾ ਬਣ ਗਿਆ। 2 ਅੰਕਾਂ ਦੀ ਸੰਖਿਆ ਬਣ ਗਈ ਉੱਪਰ। ਜੇ 2 ਅੰਕਾਂ ਦੀ ਸੰਖਿਆ ਬਣ ਗਈ ਉਹਨੂੰ ਅਸੀਂ ਤੋੜ ਲੈਂਦੇ ਆ। ਠੀਕ ਹੈ ਜੀ। ਆ ਇਕਾਈ ਦਾ ਅੰਕ, ਆ ਦਹਾਈ ਦਾ ਅੰਕ। ਠੀਕ ਹੈ ਜੀ। ਇੱਥੇ ਮੈਂ ਕੀ ਲਿਖਿਆ ਨੂੰ 1 ਨੂੰ 10 ਜਮਾ 5, ਮਤਲਬ 1 10 ਦੇ ਰੂਪ ਚ ਆ ਗਿਆ ਕਿਉਂਕਿ ਦਹਾਈ ਦਾ ਅੰਕ ਤੇ 5 ਇਕਾਈ ਦੇ 15। ਪਰ ਇਹਦੇ ਹਲੇ ਨੀਚੇ ਕਿੰਨਾ ਲਿਖਿਆ ਹੋਇਆ ਬੇਟੇ 10। ਤਾਂ ਭਾਵੇਂ ਇਹ ਹਲੇ ਇਕਾਈ ਦਹਾਈ ਨਹੀਂ ਹੈ, ਇਹ ਹਲੇ ਫ੍ਰੈਕਸ਼ਨ ਫਾਰਮ ਦੇ ਵਿੱਚ। ਅੱਗੇ ਦੇਖਦੇ ਹਾਂ ਬੇਟੇ 10/10 ਜਮਾ 5/10। ਅਲੱਗ-ਅਲੱਗ ਕਰ ਲਿਆ, 10 ਨੂੰ ਦੋਹਾਂ ਦੇ ਨੀਚੇ ਕਰ ਲਿਆ। ਇੱਥੇ ਮੈਂ ਇਹਨੂੰ ਸਰਲ ਕੀਤਾ ਪਹਿਲੇ ਇਹਨੂੰ, ਤਾਂ ਮੇਰੇ ਕੋਲ ਕਿੰਨਾ ਹੈ ਬੇਟਾ 1 ਅਤੇ ਇੱਥੇ ਮੇਰੇ ਕੋਲ 5/10। ਠੀਕ ਹੈ ਬੇਟਾ ਜੀ। ਸੋ ਇੱਕ ਮੇਰੇ ਕੋਲ ਕੀ ਆ ਗਿਆ ਇਕਾਈ ਦੇ ਰੂਪ ਚ, ਤੇ 10ਵੇਂ ਭਾਗ ਚ ਮੇਰੇ ਕੋਲ ਕੀ ਆ ਗਿਆ 5। ਤਾਂ ਮੇਰਾ ਆਨਸਰ ਫੇਰ ਉਹੀ ਹੈ ਜੋ ਪਹਿਲਾਂ ਆਇਆ ਸੀ। ਚਾਹੇ ਮੈਂ ਇਸ ਤਰੀਕੇ ਨਾਲ ਕਰਾਂ ਜਾਂ ਇਸ ਤਰੀਕੇ ਨਾਲ ਕਰਾਂ, ਕੋਈ ਵੀ ਫਰਕ ਨਹੀਂ। ਵਰਕ ਆਪਾਂ ਨੂੰ ਕਰਨਾ ਪਿਆ, ਇੱਥੇ ਕਰਨਾ ਜਾਂ ਇੱਥੇ ਕਰਨਾ, ਤੁਹਾਡੀ ਇੱਛਾ ਬੇਟੇ। ਕੋਈ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਅਸੀਂ ਇਸ ਨੂੰ ਕਿਸ ਜਗ੍ਹਾ ਕਰਦੇ ਹਾਂ। ਠੀਕ ਹੈ ਬੇਟਾ। ਇਹਦੇ ਨਾਲ ਆਪਣਾ ਇਹ ਜਿਹੜਾ ਪਾਰਟ ਆ ਖਤਮ ਹੁੰਦਾ। ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਬੇਟੇ। ਅਗਲਾ ਕੁਐਸਚਨ ਹੈ ਬੇਟੇ ਸਾਡਾ ਕੁਐਸਚਨ ਨੰਬਰ 5। ਹੇਠ ਦਿੱਤੀਆਂ ਦਸ਼ਮਲਵ ਸੰਖਿਆਵਾਂ ਨੂੰ ਭਿੰਨ ਰੂਪ ਵਿੱਚ ਲਿਖ ਕੇ ਸਰਲਾਤਮਕ ਰੂਪ ਵਿੱਚ ਲਿਖੋ। ਓਕੇ, ਮਤਲਬ ਸਭ ਤੋਂ ਪਹਿਲਾਂ ਸਾਡੇ ਕੋਲ ਸੰਖਿਆ ਜਿਹੜੀ ਹੈਗੀ ਆ, ਸੰਖਿਆ ਜਿਵੇਂ ਮੇਰੇ ਕੋਲ ਹੈਗੀ ਹੈ ਜੀ ਇੱਥੇ 0.6। ਇਹਦਾ ਮੈਂ ਕੀ ਕਰੂੰਗਾ ਭਿੰਨ ਰੂਪ ਬਣਾਉਂਗਾ ਬੇਟੇ। ਸੋ ਮੈਂ ਭਿੰਨ ਰੂਪ ਬਣਾਉਣ ਲੱਗਿਆ ਜੀ। ਭਿੰਨ ਰੂਪ ਮੇਰੇ ਕੋਲ ਆਇਆ ਇਹ ਦੇਖੋ, ਆ ਹੈਗਾ ਮੇਰੇ ਕੋਲ 10ਵਾਂ ਤੇ ਆ ਹੈਗਾ ਇਕਾਈ। ਇਕਾਈ ਕੋਈ ਹੈ ਨਹੀਂ, ਸੋ 10ਵੇਂ ਦੇ ਵਿੱਚ ਮੇਰੇ ਕੋਲ ਸਿੱਧਾ ਆ ਗਿਆ 10। ਸੋ ਮੇਰਾ ਇਹ ਹੈਗਾ ਭਿੰਨ ਰੂਪ। ਹੁਣ ਮੈਂ ਕੀ ਕਰਨਾ ਸਰਲ ਰੂਪ ਚ ਕਰਨਾ, ਤਾਂ ਬੇਟੇ ਸਰਲ ਰੂਪ ਦੇ ਲਈ ਮੈਂ ਕੀ ਕਰੂੰ ਇਹਨੂੰ ਕਟਿੰਗ ਕਰ ਦੂੰਗਾ। ਕਟਿੰਗ ਕੀਤੀ ਮੈਂ ਕਿਹੜੇ ਟੇਬਲ ਤੇ ਹੋਈ, ਕਿਹੜੇ ਪਹਾੜੇ ਤੇ ਹੋਈ 2 ਦੇ ਪਹਾੜੇ ਤੇ। ਬਿਲਕੁਲ ਸਹੀ ਹੈ ਬੇਟੇ। 2 ਦਾ ਪਹਾੜਾ ਇਹ ਜਿਹਾ ਜਿਹੜਾ 6 ਨੂੰ ਵੀ ਭਾਗ ਕਰਦਾ ਤੇ 10 ਨੂੰ ਵੀ। ਸੋ 2 ਨੂੰ ਪਹਾੜਾ 6 ਨੂੰ ਭਾਗ ਕੀਤਾ ਕਿੰਨਾ ਗਿਆ 3 ਦੂਣੀ 6 ਤੇ 5 ਦੂਣੀ 10। ਸੋ ਮੇਰਾ ਉੱਤਰ ਆ ਗਿਆ ਜੀ 3/5। ਸੋ ਮੇਰਾ ਇਹ ਫਸਟ ਕੁਐਸਚਨ ਸੀ ਇਹਦਾ ਬੇਟਾ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਅਗਲਾ ਕੁਐਸਚਨ ਹੈਗਾ ਬੇਟੇ ਮੇਰੇ ਕੋਲ 2.5। ਠੀਕ ਹੈ ਜੀ। ਹੁਣ ਦੇਖੋ ਇਹਨੂੰ ਕਰਨ ਦੇ 2 ਮੈਥਡਸ ਨੇ, ਪਰ ਮੈਂ ਤੁਹਾਨੂੰ ਇੱਕ ਸ਼ਾਰਟਕਟ ਨਾਲ ਨਾਲ ਸਿਖਾਇਆ। ਇਹਨੂੰ ਸ਼ਾਰਟਕਟ ਦੇ ਨਾਲ ਕਰਦੇ ਆਪਾਂ। ਠੀਕ ਹੈ ਬੇਟਾ ਜੀ। ਕੀ ਹੁੰਦਾ ਜੀ 2.5 ਦਾ ਦਸ਼ਮਲਵ ਜਦੋਂ ਹਟਾਵਾਂਗੇ ਤਾਂ ਮੇਰੇ ਕੋਲ ਕੀ ਆਊਗਾ ਦਸ਼ਮਲਵ ਦੇ ਨੀਚੇ ਮੇਰੇ ਕੋਲ 1 ਤੇ ਜਿੰਨੇ ਦਸ਼ਮਲਵ ਤੋਂ ਬਾਅਦ ਅੱਖਰ ਨੇ ਉਨੀਆਂ ਜ਼ੀਰੋਆਂ। ਤਾਂ ਭਾਵ ਮੇਰੇ ਕੋਲ ਕਿੰਨਾ ਆ ਗਿਆ ਜੀ ਇਹ 25/10। ਤਾਂ ਮੇਰੇ ਕੋਲ 25/10 ਆ ਗਿਆ। ਹੁਣ ਬੇਟਾ ਇਹਨੂੰ ਮੈਂ ਕੀ ਕਰ ਲੂੰਗਾ ਭਿੰਨ ਰੂਪ ਆ ਗਈ, ਕਟਿੰਗ ਕਰ ਲਓ। ਕਟਿੰਗ ਕਰਨ ਤੋਂ ਬਾਅਦ ਕਿੰਨਾ ਆਊਗਾ 5 ਦੇ ਪਹਾੜੇ ਤੇ ਗਿਆ 5 ਦੂਣੀ 10 ਤੇ 5 5 25। ਤਾਂ ਮੇਰੇ ਕੋਲ ਕਿੰਨਾ ਆ ਗਿਆ ਜੀ ਉੱਤਰ ਇਹ 5/2। ਠੀਕ ਹੈ ਬੇਟਾ ਜੀ। ਐਕਸਪੈਂਡਡ ਫਾਰਮ 'ਚ ਇੱਕ ਵਾਰ ਤੁਹਾਨੂੰ ਦੱਸਦਾ ਐਕਸਪੈਂਡਡ ਫਾਰਮ ਕਿਸ ਤਰ੍ਹਾਂ ਦੀ ਇਹਦੀ ਬਣਦੀ ਹੈ, ਕਿਵੇਂ ਬਣਦੀ ਹੈ ਇਹਦੀ। 2.5 ਆ ਬੇਟਾ, ਤਾਂ ਇਹਨੂੰ ਆਪਾਂ ਕੀ ਲਿਖਦੇ ਹਾਂ ਆ ਮੇਰੇ ਇਕਾਈ ਆ ਗਈ ਜੀ ਜਮਾ 10ਵੇਂ ਦੇ ਲਈ ਮੇਰੇ ਕੋਲ ਆ ਗਿਆ 5/10। ਠੀਕ ਹੈ ਜੀ। ਮੇਰੇ ਕੋਲ ਮੈਂ ਦੋਨਾਂ ਨੂੰ ਇੱਕੋ ਜਿਹਾ ਬਣਾਉਣ ਦੇ ਲਈ ਮੈਂ ਕੀ ਕਰੂੰਗਾ, ਨੀਚੇ ਮੇਰੇ ਕੋਲ 1 ਸੀਗਾ ਜੀ ਤਾਂ 10 ਤੇ 10। ਠੀਕ ਹੈ ਜੀ। ਦੈਨ ਮੇਰੇ ਕੋਲ ਕੀ ਆਊਗਾ 20 ਜਮਾ 5/10। ਠੀਕ ਹੈ ਜੀ। ਪਿੰਨਾਂ ਨੇ ਪਿੰਨਾਂ ਦਾ ਜੋੜ ਅਸੀਂ ਕੀਤਾ ਹੋਇਆ ਬੇਟਾ, ਬਿਲਕੁਲ ਉਸੇ ਰੂਪ ਦੇ ਵਿੱਚ ਆਊਗਾ। ਤਾਂ ਮੇਰੇ ਕੋਲ ਕਿੰਨਾ ਆ ਗਿਆ ਜੀ 25/10। 25/10 ਆ ਗਿਆ ਜੋ ਸਾਡਾ ਇੱਥੇ ਵੀ ਆਇਆ ਸੀ। ਤਾਂ ਇਹਨੂੰ ਹੱਲ ਕਰਕੇ ਕਿੰਨਾ ਆ ਗਿਆ ਜੀ ਕਟਿੰਗ ਕਰਕੇ ਉਸੇ ਤਰੀਕੇ ਨਾਲ ਬੇਟਾ 5/2। ਠੀਕ ਹੈ ਬੇਟਾ ਜੀ। ਜ਼ਰੂਰੀ ਨਹੀਂ ਮੈਂ ਇਸ ਮੈਥਡ ਨਾਲ ਕਰਾਂ ਜਾਂ ਇਹਦੇ ਨਾਲ ਕਰਾਂ, ਜਿਹਦੇ ਨਾਲ ਮਰਜ਼ੀ ਕਰ ਲਓ ਬੇਟੇ, ਦੋਨਾਂ ਨਾਲ ਆਨਸਰ ਸੇਮ ਆਊਗਾ। ਇਹਦੇ ਨਾਲ ਥੋੜਾ ਜਿਹਾ ਜਣੀ ਸ਼ਾਰਟਕਟ ਹੋ ਜਾਂਦਾ। ਇਹ ਐਕਸਪੈਂਡਡ ਫਾਰਮ ਆ, ਤੁਹਾਨੂੰ ਬੇਟੇ ਪਤਾ ਹੋਣਾ ਚਾਹੀਦਾ ਕਿ ਕਿਵੇਂ ਵਰਕ ਕੀਤਾ ਜਾ ਰਿਹਾ ਹੈ, ਕੀ ਹੋ ਰਿਹਾ ਹੈ ਪ੍ਰਸ਼ਨ 'ਚ।
ठीक है बेटा जी, उम्मीद करदा बेटा ਤੁਹਾਨੂੰ ਅੱਜ ਦਾ ਜਿਹੜਾ ਮੇਰਾ ਟੌਪਿਕ ਆ ਇਹ ਸਮਝ ਲੱਗਿਆ ਹੋਵੇਗਾ। ਇਹਦੇ ਨਾਲ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਓਕੇ ਬੇਟਾ ਜੀ।